ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੈਨੇਡਾ ਦੇ ਵਿੱਚ ਵਾਪਰੀਆਂ ਕੁਝ ਅਹਿਮ ਤੇ ਕੁਝ ਖਾਸ ਘਟਨਾਵਾਂ ਖਬਰਾਂ ਦੇ ਬਾਰੇ। ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408 272 2500। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਤੇ ਮੈਡੀਕੇਅਰ ਨੂੰ ਲੈ ਕੇ ਅਮਰੀਕਾ ਭਰ ਦੇ ਵਿੱਚ ਇਹ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਤੇ ਹੋਰ ਜਾਣਕਾਰੀਆਂ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 415 909 0503 ਤੇ ਬਿਸਲਾ ਫੈਮਿਲੀ ਫ੍ਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਦੌਰੇ ਤੋਂ। ਖਬਰਾਂ ਦੇ ਮੁਤਾਬਕ 23 ਤੇ 24 ਮਾਰਚ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਕੈਨੇਡਾ ਦੇ ਦੌਰੇ ਤੇ ਜਾ ਰਹੇ ਨੇ। ਇਸੇ ਦੌਰਾਨ ਉਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਮੁਲਾਕਾਤ ਕਰਨਗੇ ਅਤੇ ਪਾਰਲੀਮੈਂਟ ਨੂੰ ਵੀ ਸੰਬੋਧਨ ਕਰਨਗੇ। ਜਨਵਰੀ 2021 ਦੇ ਵਿੱਚ ਰਾਸ਼ਟਰਪਤੀ ਬਣਨ ਤੋਂ ਬਾਅਦ ਬਾਈਡਨ ਦਾ ਇਹ ਪਹਿਲਾ ਕੈਨੇਡਾ ਦੌਰਾ ਹੋਵੇਗਾ ਅਤੇ ਇਸ ਦੀ ਪੁਸ਼ਟੀ ਪ੍ਰਧਾਨ ਮੰਤਰੀ ਦੇ ਆਫਿਸ ਅਤੇ ਵਾਈਟ ਹਾਊਸ ਵੱਲੋਂ ਕੀਤੀ ਗਈ ਹੈ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੀਨ ਜੀਨ ਪੀਅਰ ਨੇ ਇੱਕ ਬਿਆਨ ਦੇ ਵਿੱਚ ਆਖਿਆ ਕਿ ਰਾਸ਼ਟਰਪਤੀ ਬਾਈਡਨ ਅਮਰੀਕਾ ਅਤੇ ਕੈਨੇਡਾ ਦੀ ਭਾਈਵਾਲੀ ਦੇ ਲਈ ਵਚਨਬੱਧ ਨੇ ਅਤੇ ਉਹ ਸਾਂਝੀ ਸਿਕਿਉਰਿਟੀ, ਖੁਸ਼ਹਾਲੀ ਅਤੇ ਕਦਰਾਂ ਕੀਮਤਾਂ ਨੂੰ ਪ੍ਰਮੋਟ ਕਰਨਗੇ। ਇਸੇ ਦੌਰੇ ਦੇ ਦੌਰਾਨ ਏਜੰਡੇ ਉੱਤੇ ਰਹਿਣ ਵਾਲੇ ਹੋਰਨਾਂ ਮੁੱਦਿਆਂ ਦੇ ਵਿੱਚ ਨਾਰਥ ਅਮਰੀਕਾ ਦੀ ਰਾਖੀ ਕਰਨ ਦੇ ਵਿੱਚ ਨਰਾੜ ਦੀ ਭੂਮਿਕਾ ਦੇ ਨਾਲ ਬਾਰਡਰ ਕ੍ਰਾਸਿੰਗ ਜਿਹੜੀ ਹੋ ਰਹੀ ਹੈ ਉਹਦੇ ਤੇ ਪੈਦਾ ਹੋਣ ਵਾਲੇ ਤਣਾਅ ਦੇ ਦਰਮਿਆਨ ਸੇਫ ਥਰਡ ਕੰਟਰੀ ਐਗਰੀਮੈਂਟ ਨੂੰ ਆਧੁਨਿਕ ਰੂਪ ਦੇਣਾ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਯੂਕਰੇਨ ਦੇ ਸਮਰਥਨ ਦੇ ਉੱਤੇ ਰੂਸ ਦੀ ਜਵਾਬਦੇਹੀ ਤੈਅ ਕਰਨ ਉੱਤੇ, ਕੈਨੇਡਾ, ਯੂਨਾਈਟਿਡ ਸਟੇਟਸ ਮੈਕਸੀਕੋ ਐਗਰੀਮੈਂਟ ਦੇ ਉੱਤੇ, ਸੰਵੇਦਨਸ਼ੀਲ ਮਿਨਰਲ ਸਪਲਾਈ ਚੇਨਜ਼, ਕਲਾਈਮੇਟ ਚੇਂਜ, ਹਾਈਤੀ ਦੇ ਵਿੱਚ ਪੈਦਾ ਹੋਈ ਸਥਿਰਤਾ ਅਤੇ ਨਸ਼ਿਆਂ ਸੰਬੰਧੀ ਸੰਕਟ ਵਰਗੇ ਮੁੱਦਿਆਂ ਉੱਤੇ ਵੀ ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਬਿਆਨ ਦੇ ਵਿੱਚ ਆਖਿਆ ਕਿ ਕੈਨੇਡਾ ਤੇ ਅਮਰੀਕਾ ਭਾਈਵਾਲ, ਗੁਆਂਢੀ ਅਤੇ ਦੋਸਤ ਨੇ। ਸਾਨੂੰ ਗਲੋਬਲ ਸਥਿਰਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਅਜੋਕੇ ਸਮੇਂ ਦੇ ਵਿੱਚ ਅਸੀਂ ਰਲ ਕੇ ਕੰਮ ਕਰਨਾ ਜਾਰੀ ਰੱਖਾਂਗੇ। ਸਾਨੂੰ ਆਪਣੀਆਂ ਸਾਂਝੀਆਂ ਕਦਰਾਂ ਕੀਮਤਾਂ ਨੂੰ ਸਹੇਜ ਕੇ ਰੱਖਣ ਦੀ ਕਾਫੀ ਲੋੜ ਆ ਤੇ ਬਾਰਡਰ ਦੇ ਦੋਵਾਂ ਪਾਸਿਆਂ ਦੇ ਲੋਕਾਂ ਦੇ ਲਈ ਨਵੇਂ ਮੌਕੇ ਮੁਹੱਈਆ ਕਰਵਾਉਣਾ, ਕਾਰੋਬਾਰ ਨੂੰ ਵਧਾਉਣਾ, ਇਸ ਤੋਂ ਇਲਾਵਾ ਅਰਥਚਾਰੇ ਨੂੰ ਮਜ਼ਬੂਤ ਕਰਨਾ ਸਾਡੀ ਮੁੱਖ ਤਰਜੀਹ ਹੋਵੇਗੀ। ਉਹਨਾਂ ਆਖਿਆ ਕਿ ਰਾਸ਼ਟਰਪਤੀ ਬਾਈਡਨ ਦੇ ਕੈਨੇਡਾ ਦੌਰੇ ਦੇ ਲਈ ਉਹ ਕਾਫੀ ਤਾਂਘਵਾਨ ਨੇ। ਇੱਥੇ ਦੱਸਦੇ ਚੱਲੀਏ ਕਿ ਰੌਕਸਹੈਮ ਬਾਰਡਰ ਕ੍ਰਾਸਿੰਗ ਨੂੰ ਲੈ ਕੇ ਪਹਿਲਾਂ ਹੀ ਕੈਨੇਡਾ ਦੇ ਵਿੱਚ ਇਸ ਮਸਲੇ ਉੱਤੇ ਸਿਆਸਤ ਹੋ ਰਹੀ ਹੈ ਤੇ ਲਗਾਤਾਰ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਸਰਕਾਰ ਉੱਤੇ ਇਸ ਗੱਲ ਦੇ ਲਈ ਦਬਾਅ ਪਾ ਰਹੀਆਂ ਨੇ ਕਿ ਰੌਕਸਹੈਮ ਦੇ ਕਰਕੇ ਜਿਹੜੀ ਕ੍ਰਾਸਿੰਗ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਹੁੰਦੀ ਹੈ ਤਾਂ ਉਸ ਕ੍ਰਾਸਿੰਗ ਉੱਤੇ ਕਿਸੇ ਨਾ ਕਿਸੇ ਤਰੀਕੇ ਦੇ ਰਾਹੀਂ ਕਾਬੂ ਪਾਇਆ ਜਾਵੇ। ਤਾਂ ਇਸੇ ਦਰਮਿਆਨ ਜਸਟਿਨ ਟਰੂਡੋ ਵੀ ਇਹ ਗੱਲ ਕਹਿ ਚੁੱਕੇ ਨੇ ਕਿ ਇੰਨੀ ਕ੍ਰਾਸਿੰਗ ਨੂੰ ਰੋਕਣਾ, ਕਿਉਂਕਿ ਕੈਨੇਡਾ ਤੇ ਅਮਰੀਕਾ ਦੀ ਸਰਹੱਦ ਬੜੀ ਲੰਬੀ ਹੈ ਤੇ ਉਹ ਕਹਿੰਦੇ ਕਿ ਇਹਦੇ ਲਈ ਸਾਡੇ ਜਿਹੜੇ ਸਮਝੌਤੇ ਹੋਏ ਨੇ ਉਹਨਾਂ ਦੇ ਵਿੱਚੋਂ ਸਾਨੂੰ ਦੁਬਾਰਾ ਇਹਨਾਂ ਚੀਜ਼ਾਂ ਦੀ ਜਿਹੜੀ ਹੈ ਉਹ ਪੜਤਾਲ ਕਰਨੀ ਪਊਗੀ ਕਿ ਇਹ ਕਿਵੇਂ ਬੰਦ ਕੀਤੀ ਜਾ ਸਕਦੀ ਹੈ। ਸੋ ਰੌਕਸਹੈਮ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ ਸਰਹੱਦੀ ਦਾਖਲੇ ਦੇ ਰਾਹੀਂ ਲੋਕ ਅਮਰੀਕਾ ਦੇ ਵਿੱਚੋਂ ਕੈਨੇਡਾ ਦੇ ਵਿੱਚ ਦਾਖਲ ਹੁੰਦੇ ਨੇ ਤੇ ਕੈਨੇਡਾ ਦੀ ਸਿਆਸਤ ਦੇ ਵਿੱਚ ਵੀ ਜਿਹੜੇ ਇਹਨਾਂ ਲੋਕਾਂ ਦਾ ਦਾਖਲਾ ਹੈ ਮਾਈਗ੍ਰੈਂਟਸ ਦਾ, ਤਾਂ ਉਹ ਇੱਕ ਵੱਡਾ ਜਿਹੜਾ ਮਸਲਾ ਉਹ ਹਮੇਸ਼ਾ ਬਣਿਆ ਰਹਿੰਦਾ ਹੈ। ਵਿਦੇਸ਼ੀ ਦਖਲ ਦੇ ਮਾਮਲੇ ਦੀ ਗੱਲ ਕਰਾਂਗੇ। ਇਸੇ ਮਾਮਲੇ ਦੀ ਸੁਣਵਾਈ ਦੇ ਦੌਰਾਨ ਵਿਦੇਸ਼ ਮੰਤਰੀ ਮਿਲੇਨੀ ਜੋਲੀ ਉੱਤੇ ਕੰਜ਼ਰਵੇਟਿਵ ਐਮਪੀਜ਼ ਵੱਲੋਂ ਕੁਝ ਟਿੱਪਣੀਆਂ ਕੀਤੀਆਂ ਗਈਆਂ ਸਨ ਤੇ ਹੁਣ ਉਹਨਾਂ ਟਿੱਪਣੀਆਂ ਉੱਤੇ ਲਿਬਰਲ ਅਤੇ ਐਨਡੀਪੀ ਐਮਪੀਜ਼ ਦੇ ਵੱਲੋਂ ਸਖਤ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ। ਇਹਨਾਂ ਐਮਪੀਜ਼ ਦਾ ਕਹਿਣਾ ਹੈ ਕਿ ਕੰਜ਼ਰਵੇਟਿਵ ਐਮਪੀ ਮਾਈਕਲ ਕੂਪਰ ਵੱਲੋਂ ਜੋਲੀ ਦੇ ਖਿਲਾਫ ਕੀਤੀ ਗਈ ਟਿੱਪਣੀ ਬੇहद ਸ਼ਰਮਨਾਕ ਹੈ ਅਤੇ ਇਸ ਨੂੰ ਸਵੀਕਾਰਿਆ ਨਹੀਂ ਜਾ ਸਕਦਾ। ਪ੍ਰੋਸੀਜਰ ਐਂਡ ਹਾਊਸ ਅਫੇਅਰਸ ਕਮੇਟੀ ਯਾਨੀ ਕਿ PROC ਦੀ ਜਿਹੜੀ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਦੌਰਾਨ ਕੂਪਰ ਨੇ ਜੋਲੀ ਨੂੰ ਮੁਖਾਤਬ ਹੁੰਦਿਆਂ ਆਖਿਆ ਸੀਗਾ ਕਿ ਤੁਸੀਂ ਆਪਣੇ ਬੀਜਿੰਗ ਦੇ ਹਮਰੁਤਬਾ ਅਧਿਕਾਰੀ ਦੇ ਨਾਲ ਕਾਫੀ ਸਖਤੀ ਨਾਲ ਪੇਸ਼ ਆਏ, ਇੱਥੋਂ ਤੱਕ ਕਿ ਤੁਸੀਂ ਉਸ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਵੇਖਿਆ ਤੇ ਯਕੀਨਨ ਉਹ ਡਰ ਗਿਆ ਹੋਣਾ। ਇੱਥੇ ਦੱਸਣਾ ਬਣਦਾ ਹੈ ਕਿ ਕਮੇਟੀ ਦੀ ਗੁਜ਼ਾਰਿਸ਼ ਉੱਤੇ ਜੋਲੀ ਅਤੇ ਇੰਟਰ ਗਵਰਨਮੈਂਟਲ ਅਫੇਅਰਸ ਮਿਨਿਸਟਰ ਡੋਮਿਨਿਕ ਲਿਬਲੈਂਕ ਗਵਾਹੀ ਦੇਣ ਦੇ ਲਈ ਪਹੁੰਚੇ ਸਨ।
ਇਸੇ ਦੌਰਾਨ ਜੋਲੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀਗਾ ਕਿ ਉਸਨੇ ਆਪਣੇ ਚੀਨੀ ਹਮਰੁਤਬਾ ਅਧਿਕਾਰੀ ਕਿਨ ਗੈਂਗ ਦੇ ਨਾਲ ਗੱਲਬਾਤ ਦੇ ਦੌਰਾਨ ਇਹ ਸਪਸ਼ਟ ਕੀਤਾ ਸੀਗਾ ਕਿ ਅਸੀਂ ਆਪਣੀ ਜਮਹੂਰੀਅਤ ਅਤੇ ਅੰਦਰੂਨੀ ਮਾਮਲਿਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਵਿਦੇਸ਼ੀ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰਾਂਗੇ ਤੇ ਦੂਜਾ ਅਸੀਂ ਆਪਣੀ ਖੁਦਮੁਖਤਿਆਰੀ ਦੇ ਵਿੱਚ ਕਿਸੇ ਤਰ੍ਹਾਂ ਦੀ ਸੰਨ ਨਹੀਂ ਜਰ ਸਕਦੇ। ਜੋਲੀ ਨੇ ਵੀ ਆਖਿਆ ਸੀਗਾ ਕਿ ਇਸ ਦੇ ਲਈ ਅਸੀਂ ਸਖਤ ਗੱਲਬਾਤ ਕਾਫੀ ਅਹਿਮ ਹੈ ਤੇ ਸਾਨੂੰ ਇਸ ਤਰ੍ਹਾਂ ਦੇ ਨਾਲ ਕੋਈ ਖੁਸ਼ੀ ਨਹੀਂ ਮਿਲਦੀ, ਪਰ ਕੈਨੇਡੀਅਨਸ ਦੇ ਲਈ ਇਹ ਬਹੁਤ ਜ਼ਰੂਰੀ ਹੈ। ਕੂਪਰ ਦੀ ਟਿੱਪਣੀ ਕੂਪਰ ਨੇ ਜਦੋਂ ਜੋਲੀ ਨੂੰ ਇਹ ਗੱਲਾਂ ਆਖੀਆਂ ਸਨ ਤਾਂ ਜੋਲੀ ਨੇ ਫਿਰ ਮੁੜਵੇਂ ਜਵਾਬ ਦੇ ਵਿੱਚ ਇਹ ਗੱਲ ਕਹੀ ਸੀ ਕਿ ਤੁਸੀਂ ਚੀਨ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹੋਵੋਗੇ ਕਿਉਂਕਿ ਅਤੀਤ ਦੇ ਵਿੱਚ ਪਾਰਲੀਮੈਂਟੇਰੀਅਨ ਦੀ ਹੈਸੀਅਤ ਦੇ ਨਾਲ ਤੁਸੀਂ ਚੀਨ ਜਾ ਚੁੱਕੇ ਹੋ। ਇਸ ਦੇ ਲਈ ਤੁਸੀਂ ਇਹ ਸਮਝ ਸਕਦੇ ਹੋ ਕਿ ਜਦੋਂ ਅਸੀਂ ਵੰਡੀਆਂ ਦੇ ਵਿੱਚ ਪੈ ਜਾਂਦੇ ਹਾਂ ਤਾਂ ਚੀਨ ਵਰਗੇ ਦੇਸ਼ ਦੇ ਸ਼ਿਕੰਜੇ ਦੇ ਵਿੱਚ ਫਸ ਸਕਦੇ ਹਾਂ। ਕੂਪਰ ਵੱਲੋਂ ਜੋਲੀ ਤੋਂ ਕੁਝ ਹੀ ਮਿੰਟਾਂ ਦੇ ਵਿੱਚ ਪੁੱਛਗਿੱਛ ਕੀਤੀ ਜਾਂਦੀ ਰਹੀ, ਪਰ ਬਾਅਦ ਦੇ ਵਿੱਚ ਲਿਬਰਲ ਅਤੇ ਐਨਡੀਪੀ ਦੇ ਐਮਪੀਜ਼ ਨੇ ਜੋਲੀ ਦੇ ਨਾਲ ਗਲਤ ਢੰਗ ਦੇ ਨਾਲ ਪੇਸ਼ ਹੋਣ ਉੱਤੇ ਕੂਪਰ ਨੂੰ ਮੰਤਰੀ ਤੋਂ ਮਾਫੀ ਮੰਗਣ ਦੇ ਲਈ ਵੀ ਆਖਿਆ। ਇੱਕ ਕੋਕੀਨ ਡੀਲਰ ਦੇ ਮਾਮਲੇ ਦੇ ਵਿੱਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਜੱਜ ਨੇ ਇਹ ਗੱਲ ਦੇਖੀ ਕਿ ਟੋਰਾਂਟੋ ਪੁਲਿਸ ਵੱਲੋਂ ਇਸ ਡੀਲਰ ਦੇ ਵੈਸਟਰਨ ਰੋਡ ਸਥਿਤ ਅਪਾਰਟਮੈਂਟ ਦੇ ਵਿੱਚੋਂ ਬਰਾਮਦ ਕੀਤੀ ਗਈ ਨਕਦੀ ਦੇ ਵਿੱਚੋਂ $6000 ਟੋਰਾਂਟੋ ਪੁਲਿਸ ਵੱਲੋਂ ਹੀ ਚੋਰੀ ਕਰ ਲਿਆ ਗਿਆ। ਇੱਕ ਰਿਲੀਜ਼ ਦੇ ਵਿੱਚ ਜੱਜ ਐਂਡਰਸ ਸ਼ਰੈਕ ਨੇ ਆਖਿਆ ਕਿ ਉਹ ਇਸ ਗੱਲ ਨੂੰ ਲੈ ਕੇ ਹੈਰਾਨ ਨੇ ਕਿ ਜਾਂਚ ਕਰ ਰਹੇ ਇੱਕ ਜਾਂ ਇੱਕ ਤੋਂ ਵੱਧ ਪੁਲਿਸ ਅਧਿਕਾਰੀਆਂ ਵੱਲੋਂ ਇਹ ਪੈਸਾ ਚੋਰੀ ਕਰ ਲਿਆ ਗਿਆ ਤੇ ਇਸੇ ਦੌਰਾਨ ਡਿਫੈਂਸ ਲਾਇਰ ਕਿਮ ਸ਼ੋਫੀਲਡ ਨੇ ਆਖਿਆ ਕਿ ਇਸ ਮਾਮਲੇ ਦੇ ਵਿੱਚ ਸਿਰਫ ਨਿਆਂ ਪ੍ਰਬੰਧ ਨੇ ਉਸ ਤਰ੍ਹਾਂ ਦਾ ਕੰਮ ਕੀਤਾ ਜਿਸ ਤਰ੍ਹਾਂ ਦਾ ਉਹਨੂੰ ਕਰਨਾ ਚਾਹੀਦਾ ਕਿਉਂਕਿ ਬਾਕੀ ਕੁਝ ਕੰਮ ਤਾਂ ਕੀਤਾ ਨਹੀਂ ਜਾ ਸਕਿਆ। ਇੱਥੇ ਜ਼ਿਕਰ ਕਰਨਾ ਬਣਦਾ ਕਿ ਟੋਰਾਂਟੋ ਪੁਲਿਸ ਦੇ ਅਧਿਕਾਰੀਆਂ ਵੱਲੋਂ 6 ਫਰਵਰੀ 2019 ਨੂੰ ਐਂਡਰਿਓ ਰੋਚਾ ਦੇ ਅਪਾਰਟਮੈਂਟ ਦੇ ਵਿੱਚ ਛਾਪਾ ਮਾਰਿਆ ਗਿਆ ਸੀ ਤੇ ਇੱਥੋਂ ਉਹਨਾਂ ਨੇ 19,000 ਤੋਂ ਵੱਧ ਦੀ ਡਾਲਰ ਦੀ ਜਿਹੜੀ ਨਕਦੀ ਆ ਉਹ ਬਰਾਮਦ ਕੀਤੀ ਸੀ ਤੇ ਅੱਧਾ ਕਿਲੋ ਕੋਕੀਨ ਬਰਾਮਦ ਹੋਈ ਸੀ। ਬਾਅਦ ਦੇ ਵਿੱਚ ਰੋਚਾ ਨੇ ਆਖਿਆ ਕਿ ਉਸ ਦੀ ਰਿਹਾਇਸ਼ ਦੇ ਵਿੱਚ ਮਾਰੇ ਗਏ ਛਾਪੇ ਤੋਂ ਲੈ ਕੇ ਰਕਮ ਨੂੰ ਪੁਲਿਸ ਸਟੇਸ਼ਨ ਲਿਜਾਏ ਜਾਣ ਦੇ ਦਰਮਿਆਨ $6000 ਦੀ ਨਕਦੀ ਦਾ ਕੋਈ ਅਤਾ ਪਤਾ ਹੀ ਨਹੀਂ ਲੱਗਿਆ। ਸ਼ਫੀਲਡ ਨੇ ਆਖਿਆ ਕਿ ਪੁਲਿਸ ਅਧਿਕਾਰੀਆਂ ਵੱਲੋਂ ਰੋਚਾ ਦੇ ਘਰ ਦੇ ਵਿੱਚ ਜਿਸ ਨਕਦੀ ਦੇ ਨਾਲ ਤਸਵੀਰਾਂ ਲਈਆਂ ਗਈਆਂ ਸਨ ਉਸ ਦੀ ਮਾਤਰਾ ਜ਼ਿਆਦਾ ਸੀ, ਪਰ ਜਿਹੜੇ ਬੰਡਲ ਪੁਲਿਸ ਸਟੇਸ਼ਨ ਵਿੱਚ ਪਹੁੰਚੇ ਉਹ ਮੁਕਾਬਲਤਨ ਘੱਟ ਸਨ ਤੇ ਇਸ ਦੇ ਲਈ ਅਜਿਹਾ ਕਰਕੇ ਪੁਲਿਸ ਅਧਿਕਾਰੀ ਆਪ ਹੀ ਫਸ ਗਏ। ਜੱਜ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਕਿੰਨੀ ਰਕਮ ਲਾਪਤਾ ਹੈ, ਪਰ ਉਹਨਾਂ ਨੇ ਇਹ ਜ਼ਰੂਰ ਸਵੀਕਾਰ ਕੀਤਾ ਕਿ ਫੋਟੋਆਂ ਦੇ ਤੁਲਨਾਤਮਕ ਅਧਿਐਨ ਤੋਂ ਬਾਅਦ $6000 ਦੀ ਰਕਮ ਜਿਹੜੀ ਆ ਉਹ ਇਹਦੇ ਨੇੜੇ ਤੇੜੇ ਹੋ ਸਕਦੀ ਹੈ। ਸ਼ੋਫੀਲਡ ਵੱਲੋਂ ਇਸ ਮਾਮਲੇ ਦੀ ਜਾਂਚ ਦੇ ਲਈ ਟੋਰਾਂਟੋ ਦੀ ਪੁਲਿਸ ਪ੍ਰੋਫੈਸ਼ਨਲ ਸਟੈਂਡਰਡਸ ਯੂਨਿਟ ਦੇ ਨਾਲ ਸੰਪਰਕ ਕਰਨੇ ਵਰਗਾ ਅਹਿਮ ਕਦਮ ਵੀ ਚੁੱਕਿਆ ਗਿਆ। ਲੰਘੇ ਦਿਨੀ ਬਰੈਂਪਟਨ ਦੇ ਵਿੱਚ ਸਕੂਲਾਂ ਦੇ ਖਿਲਾਫ ਆਨਲਾਈਨ ਧਮਕੀਆਂ ਦੇਣ ਦੇ ਮਾਮਲਿਆਂ ਦੇ ਵਿੱਚ ਕਾਫੀ ਸਰਗਰਮੀ ਦੇ ਨਾਲ ਪੁਲਿਸ ਨੂੰ ਕੰਮ ਕਰਨਾ ਪਿਆ ਤੇ ਇਹਦੇ ਨਾਲ ਜਿਹੜੀਆਂ ਧਮਕੀਆਂ ਮਿਲੀਆਂ ਸੀ ਜਿਹੜੇ ਸੰਬੰਧਿਤ ਸਕੂਲ ਸਨ ਉਹਨਾਂ ਦੇ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਉੱਤੇ ਵੀ ਚਿੰਤਾ ਜਿਹੜੀ ਹੈ ਚਿਹਰਿਆਂ ਉੱਤੇ ਉਹ ਸਾਫ਼ ਦੇਖੀ ਜਾ ਸਕਦੀ ਸੀ। ਹੁਣ ਇਸ ਮਾਮਲੇ ਦੇ ਵਿੱਚ 2 ਟੀਨੇਜਰਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਨੂੰ ਚਾਰਜ ਕੀਤਾ ਗਿਆ। ਪੀਲ ਰੀਜਨਲ ਪੁਲਿਸ ਨੇ ਇਹ ਗੱਲ ਦੱਸੀ ਹੈ ਕਿ ਮਿਸੀਸਾਗਾ ਦੇ ਵਿੱਚ ਲਿੰਕਨ ਅਲੈਗਜ਼ੈਂਡਰ ਸੈਕੰਡਰੀ ਸਕੂਲ ਦੇ ਵਿੱਚ ਸੱਦਿਆ ਗਿਆ ਸੀ ਤੇ ਇੱਥੇ ਜਿਹੜਾ ਇੱਕ ਨੌਜਵਾਨ ਮੌਜੂਦ ਸੀ ਉਹਦੀ ਪਛਾਣ ਕਰ ਲਈ ਗਈ ਤੇ ਮਿਸੀਸਾਗਾ ਦੀ ਇੱਕ 16 ਸਾਲਾ ਕੁੜੀ ਨੂੰ ਧਮਕੀਆਂ ਦੇਣ ਦੇ ਮਾਮਲੇ ਦੇ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਤੋਂ 1 ਘੰਟੇ ਬਾਅਦ ਹੀ ਪੁਲਿਸ ਨੂੰ ਆਨਲਾਈਨ ਮਿਲੀ ਇੱਕ ਵੱਖਰੀ ਧਮਕੀ ਦੇ ਮਾਮਲੇ ਦੇ ਵਿੱਚ ਬਰੈਂਪਟਨ ਦੇ ਵਿੱਚ ਚਿੰਗਵਾਕਸੇ ਸੈਕੰਡਰੀ ਸਕੂਲ ਦੇ ਵਿੱਚ ਸੱਦਿਆ ਗਿਆ ਤੇ ਇਸ ਸਬੰਧ ਦੇ ਵਿੱਚ 14 ਸਾਲਾ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਚਾਰਜ ਕੀਤਾ ਗਿਆ। ਨੌਜਵਾਨਾਂ ਨੂੰ ਇਹਨਾਂ ਸ਼ਰਤਾਂ ਉੱਤੇ ਰਿਹਾ ਕਰ ਦਿੱਤਾ ਗਿਆ ਕਿ ਬਾਅਦ ਦੇ ਵਿੱਚ ਉਹਨਾਂ ਨੂੰ ਬਰੈਂਪਟਨ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਹਨਾਂ ਦੋਨਾਂ ਜਣਿਆਂ ਨੂੰ ਯੂਥ ਕ੍ਰਿਮੀਨਲ ਜਸਟਿਸ ਐਕਟ ਕਰਕੇ ਪਛਾਣ ਜ਼ਾਹਰ ਇਹਨਾਂ ਦੀ ਨਹੀਂ ਕੀਤੀ ਗਈ ਹੈ। ਉਧਰ ਨਾਰਥ ਯਾਰਕ ਅਤੇ ਵਾਨ ਦੇ ਵਿੱਚ 2 ਵੱਖ-ਵੱਖ ਥਾਵਾਂ ਉੱਤੇ ਗੋਲੀਆਂ ਚੱਲੀਆਂ ਨੇ ਤੇ 1 ਜਾਣੇ ਦੀ ਮੌਤ ਹੋ ਗਈ ਹੈ ਜਦਕਿ 2 ਹੋਰ ਜਾਣੇ ਜ਼ਖਮੀ ਦੱਸੇ ਗਏ ਨੇ। ਪੁਲਿਸ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਤੇ ਦੋਵੇਂ ਮਾਮਲੇ ਇੱਕ ਦੂਜੇ ਨਾਲ ਜੁੜੇ ਹੋਏ ਤਾਂ ਨਹੀਂ। ਯਾਰਕ ਰੀਜਨਲ ਪੁਲਿਸ ਆਫੀਸਰਸ ਨੂੰ ਵਾਨ ਦੇ ਵਿੱਚ ਡਫਰਿਨ ਸਟਰੀਟ ਤੇ ਹਾਈਵੇ 7 ਦੇ ਨੇੜੇ ਸਮਰਿਜ ਡਰਾਈਵ ਉੱਤੇ ਚੱਲੀ ਗੋਲੀ ਦੀ ਖਬਰ ਦੇ ਕੇ ਸੱਦਿਆ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੂੰ ਥੋੜੀ ਦੇਰ ਬਾਅਦ ਹੀ ਟੋਰਾਂਟੋ ਪੁਲਿਸ ਅਧਿਕਾਰੀਆਂ ਨੂੰ ਇੱਕ ਔਰਤ ਅਤੇ ਇੱਕ ਮਰਦ ਜ਼ਖਮੀ ਹਾਲਤ ਦੇ ਵਿੱਚ ਮਿਲੇ ਤੇ ਦੋਵੇਂ ਨਾਰਥ ਯਾਰਕ ਦੇ ਵਿੱਚ ਕੀਲ ਸਟਰੀਟ ਅਤੇ ਸ਼ੈਪਰਡ ਐਵੀਨਿਊ ਵੈਸਟ ਦੇ ਨੇੜੇ ਸਕਿਪਟਨ ਕੋਰਟ ਦੇ ਵਿੱਚ ਗੱਡੀ ਦੇ ਵਿੱਚ ਸਵਾਰ ਸਨ।
ਪੈਰਾਮੈਡਿਕਸ ਵੱਲੋਂ ਦੋਵਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਲਿਜਾਇਆ ਗਿਆ, ਪਰ ਪੁਲਿਸ ਦੇ ਮੁਤਾਬਕ ਦੋਨਾਂ ਦੇ ਜ਼ਖਮ ਜਾਨਲੇਵਾ ਨਹੀਂ ਤੇ ਦੋਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਪਰ ਪੁਲਿਸ ਇਹਨਾਂ ਦੋਨਾਂ ਘਟਨਾਵਾਂ ਨੂੰ ਜੋੜ ਕੇ ਦੇਖ ਰਹੀ ਹੈ ਕਿ ਕਿਤੇ ਇਹਨਾਂ ਦੇ ਵਿੱਚ ਕੋਈ ਆਪਸੀ ਸਮਾਨਤਾ ਤਾਂ ਨਹੀਂ, ਤਾਂ ਕਿਤੇ ਦੋਵੇਂ ਘਟਨਾਵਾਂ ਆਪਸ ਦੇ ਵਿੱਚ ਜੁੜੀਆਂ ਹੋਈਆਂ ਤਾਂ ਨਹੀਂ। ਤੇ ਜਾਂਦੇ ਗੱਲ ਕਰੀਏ ਮੌਸਮ ਦੀ। ਦੱਖਣੀ ontario ਦੇ ਕਈ ਹਿੱਸਿਆਂ ਦੇ ਵਿੱਚ ਸਰਦੀਆਂ ਦੇ ਇੱਕ ਹੋਰ ਬਰਫੀਲੇ ਤੂਫਾਨ ਨੇ ਦਸਤਕ ਦਿੱਤੀ ਹੋਈ ਹੈ, ਜਿਸ ਤੋਂ ਬਾਅਦ ਜਿਹੜੀ ਹੈ ਸੜਕਾਂ ਦੀ ਤਿਲਕਣ ਵੱਧ ਗਈ ਹੈ ਅਤੇ ਸਿੱਟੇ ਵਜੋਂ ਕਈ ਥਾਈਂ ਸੜਕ ਹਾਦਸੇ ਵੀ ਵਧੇ ਨੇ ਤੇ ਕਈ ਇਲਾਕਿਆਂ ਦੇ ਵਿੱਚ ਜਾਂ ਤਾਂ ਆਵਾਜਾਈ ਰੱਦ ਕਰਨੀ ਪੈ ਰਹੀ ਹੈ ਤੇ ਜਾਂ ਫਿਰ ਰਾਊਟ ਬਦਲੇ ਜਾ ਰਹੇ ਨੇ। ਐਨਵਾਇਰਨਮੈਂਟ ਕੈਨੇਡਾ ਨੇ ਗ੍ਰੇਟਰ ਟੋਰਾਂਟੋ ਏਰੀਏ ਦੇ ਵਿੱਚ ਇੱਥੋਂ ਲੈ ਕੇ ਵਿੰਡਸਰ ਤੱਕ ਮੌਸਮ ਬਾਰੇ ਚੇਤਾਵਨੀਆਂ ਜਾਰੀ ਕੀਤੀਆਂ ਤੇ ਨਾਲ ਹੀ ਨਿਆਗਰਾ ਅਤੇ ਹੈਮਿਲਟਨ ਦੇ ਲਈ ਬਰਫ਼ਬਾਰੀ ਦੀਆਂ ਚੇਤਾਵਨੀਆਂ ਵੀ ਜਾਰੀ ਕੀਤੀਆਂ ਨੇ। ਐਨਵਾਇਰਨਮੈਂਟ ਕੈਨੇਡਾ ਦੇ ਮੌਸਮ ਵਿਗਿਆਨੀ ਗਿਲਾਰਡ ਚੇਂਗ ਦਾ ਕਹਿਣਾ ਹੈ ਕਿ ਦੱਖਣੀ ontario ਇਸ ਸਮੇਂ ਬਰਫੀਲਾ ਤੂਫਾਨ ਚੱਲ ਰਿਹਾ ਅਤੇ ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਬੇਲੋੜਾ ਸਫ਼ਰ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਐਨਵਾਇਰਨਮੈਂਟ ਕੈਨੇਡਾ ਦਾ ਇਹ ਵੀ ਕਹਿਣਾ ਹੈ ਕਿ ਦੁਪਹਿਰ ਤੇ ਸ਼ਾਮ ਤੱਕ ਬਰਫ਼ਬਾਰੀ ਜਾਰੀ ਰਹੇਗੀ। ਪਹਿਲਾਂ ਉੱਤਰ ਪੱਛਮੀ ਇਲਾਕਿਆਂ ਦੇ ਵਿੱਚ ਘਟੇਗੀ ਤੇ ਰਾਤੋਂ ਰਾਤ ਨਿਆਗਰਾ ਦੇ ਇਲਾਕਿਆਂ ਦੇ ਵਿੱਚ ਖਤਮ ਹੋ ਜਾਣੀ ਹੈ। ਐਨਵਾਇਰਨਮੈਂਟ ਕੈਨੇਡਾ ਨੇ ਚੇਤਾਵਨੀ ਦਿੱਤੀ ਹੈ ਕਿ ਬਰਫ਼ਬਾਰੀ ਦੇ ਨਾਲ ਸ਼ਾਮ ਦੇ ਸਫ਼ਰ ਪ੍ਰਭਾਵਿਤ ਹੋਣਗੇ ਅਤੇ ਕਿਹਾ ਜਾ ਰਿਹਾ ਕਿ ਵਾਹਨ ਚਾਲਕਾਂ ਨੂੰ ਸਰਦੀਆਂ ਦੇ ਵਿੱਚ ਡਰਾਈਵਿੰਗ ਦੀਆਂ ਖਤਰਨਾਕ ਸਥਿਤੀਆਂ ਤੋਂ ਬਚਣਾ ਚਾਹੀਦਾ ਹੈ ਤੇ ਕਈ ਥਾਈਂ ਤੁਹਾਨੂੰ ਬੇਲੋੜੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ। ਰਸਤਿਆਂ ਦੇ ਵਿੱਚ ਤਿਲਕਣ ਵਧੀ ਹੋਈ ਹੈ ਤੇ ਕਈ ਥਾਈਂ ਸੜਕ ਹਾਦਸੇ ਜਿਹੜੇ ਨੇ ਵਾਪਰ ਰਹੇ ਨੇ ਤੇ ਕਈ ਥਾਈਂ ਜਿਹੜੇ ਵਾਹਨਾਂ ਦੇ ਰਾਊਟ ਨੇ ਉਹ ਵੀ ਬਦਲੇ ਜਾ ਰਹੇ ਨੇ। ਇਸ ਦੇ ਨਾਲ ਹੀ ਪ੍ਰੋਗਰਾਮ ਅਪਡੇਟ ਕੈਨੇਡਾ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।